Hello students, I am Vishal Goyal, Assistant Professor from Department of Computer Science, Shri Lal Bahadur Shastri, Arya Mahila College, Barnala. Computer System Organization and Architecture ਦੇ ਵਿੱਚ ਅੱਜ ਆਪਣਾ ਇਹ ਥਰਡ ਲੈਕਚਰ ਹੈ that is on instruction format. ਆਪਾਂ ਆਪਣੇ ਪਿਛਲੇ ਲੈਕਚਰ 'ਚ ਦੇਖਿਆ ਸੀ ਕਿ ਇੰਸਟਰਕਸ਼ਨ ਸਾਈਕਲ ਕੀ ਹੁੰਦਾ ਹੈ ਤੇ ਅੱਜ ਆਪਾਂ ਦੇਖਾਂਗੇ ਕਿ ਕੋਈ ਕੰਪਿਊਟਰ ਦੇ ਵਿੱਚ ਕੋਈ ਵੀ ਇੰਸਟਰਕਸ਼ਨ ਹੈ ਤਾਂ ਉਹਦਾ ਫਾਰਮੈਟ ਕੀ ਹੋਏਗਾ ਤੇ ਕੋਈ ਵੀ ਇੰਸਟਰਕਸ਼ਨ ਦੇ ਫਾਰਮੈਟ ਨੂੰ ਦੇਖਣ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਇੰਸਟਰਕਸ਼ਨ ਕੀ ਹੈ। ਹੁਣ ਜਿੱਦਾਂ ਦੇਖੋ ਆਪਣੇ ਕੋਲ ਇੱਕ ਐਗਜ਼ਾਮਪਲ 'ਚ ਮੈਂ ਇੱਥੇ ਇੱਕ ਪ੍ਰੋਗਰਾਮ ਲਿਖਿਆ ਹੈ ਦੈਟ ਇਜ਼ ਇਨ ਸੀ ਲੈਂਗੁਏਜ, ਜਿਹੜਾ ਕਿ ਇੱਕ ਬੇਸਿਕ ਕੋਈ ਵੀ ਦੋ ਨੰਬਰਸ ਨੂੰ ਐਡ ਕਰਨ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਆਪਾਂ ਕੋਈ ਦੋ ਵੇਰੀਏਬਲ ਲਏ ਨੇ A ਤੇ B ਜਿਨ੍ਹਾਂ ਦੀ ਵੈਲਿਊ 10 ਐਂਡ 20 ਹੈ ਤੇ ਆਪਾਂ ਉਹ ਦੋਨਾਂ ਨੂੰ ਐਡ ਕਰਕੇ ਰਿਜ਼ਲਟ ਕਿਹਦੇ ਵਿੱਚ ਸਟੋਰ ਕਰ ਰਹੇ ਹਾਂ C ਦੇ ਵਿੱਚ। ਹੁਣ ਅਗਰ ਆਪਾਂ ਗੱਲ ਕਰੀਏ ਕਿ ਕੰਪਿਊਟਰ ਇਸ ਪ੍ਰੋਗਰਾਮ ਨੂੰ ਡਾਇਰੈਕਟਲੀ ਰਨ ਕਰ ਸਕਦਾ ਹੈ ਤਾਂ ਆਨਸਰ ਹੋਏਗਾ ਨਹੀਂ, ਕਿਉਂਕਿ ਕੰਪਿਊਟਰ ਕਿਹੜੀ ਲੈਂਗੁਏਜ ਅੰਡਰਸਟੈਂਡ ਕਰਦਾ ਹੈ, ਸਿਰਫ ਬਾਈਨਰੀ ਲੈਂਗੁਏਜ। ਤਾਂ ਇਸ ਕਰਕੇ ਇਸ C ਦੇ ਪ੍ਰੋਗਰਾਮ ਨੂੰ ਪਹਿਲਾਂ ਕਨਵਰਟ ਕਰਨਾ ਪੈਂਦਾ ਹੈ, ਕੰਪਾਈਲ ਕਰਨਾ ਪੈਂਦਾ ਹੈ ਕਿਹੜੀ ਲੈਂਗੁਏਜ 'ਚ, ਬਾਈਨਰੀ ਲੈਂਗੁਏਜ 'ਚ, ਜਿਹੜੀ ਕਿ ਇੱਦਾਂ ਹੋਏਗੀ 0 ਔਰ 1 ਦੇ ਕੰਬੀਨੇਸ਼ਨ ਦੇ ਵਿੱਚ। ਤਾਂ ਹੁਣ ਕੰਪਿਊਟਰ ਕੀ ਕਰਦਾ ਹੈ, ਜਦੋਂ ਇੱਕ ਵਾਰੀ ਇਹ ਇੰਸਟਰਕਸ਼ਨਸ ਕੰਪਾਈਲ ਹੋ ਗਈਆਂ ਤਾਂ ਕੰਪਿਊਟਰ ਇਹਨਾਂ ਨੂੰ 1 by 1 ਫੈਚ ਕਰਦਾ ਹੈ, ਜਿਹੜਾ ਕਿ ਆਪਾਂ ਲਾਸਟ ਲੈਕਚਰ 'ਚ ਦੇਖਿਆ ਸੀ। ਫਿਰ 1 by 1 ਇੰਸਟਰਕਸ਼ਨ ਨੂੰ ਫੈਚ ਕਰਨ ਤੋਂ ਬਾਅਦ ਕੰਪਿਊਟਰ ਉਹਨੂੰ ਇੰਟਰਪ੍ਰੇਟ ਕਰਦਾ ਹੈ, ਯਾਨੀ ਕਿ ਡੀਕੋਡ ਕਰਦਾ ਹੈ ਤੇ ਉਹਦੇ ਅਕੋਰਡਿੰਗਲੀ ਫਿਰ ਜੋ ਵੀ ਐਕਸ਼ਨ ਪਰਫਾਰਮ ਕਰਨਾ ਹੈ ਉਹ ਪਰਫਾਰਮ ਹੁੰਦਾ ਹੈ। ਤਾਂ ਹੁਣ ਅਗਰ ਆਪਾਂ ਇਹ ਦੇਖੀਏ ਕਿ ਕੋਈ ਵੀ ਇੱਕ ਇੰਸਟਰਕਸ਼ਨ ਲਈਏ, ਜਿੱਦਾਂ ਕਿ ਇੱਥੇ ਆਪਣੇ ਕੋਲ ਇੱਕ ਇੰਸਟਰਕਸ਼ਨ ਲਿਖੀ ਗਈ ਹੈ ਬਾਈਨਰੀ ਲੈਂਗੁਏਜ 'ਚ। ਹੁਣ ਆਪਾਂ ਤਾਂ ਇਹਨੂੰ ਡਾਇਰੈਕਟਲੀ ਅੰਡਰਸਟੈਂਡ ਨਹੀਂ ਕਰ ਸਕਦੇ, ਬਟ ਕੰਪਿਊਟਰ ਕਿਵੇਂ ਕਰੇਗਾ। ਤਾਂ ਬੇਸਿਕਲੀ ਜਿਹੜੀ ਇੰਸਟਰਕਸ਼ਨ ਹੈ ਉਹ 3 ਪਾਰਟਸ ਦੇ ਵਿੱਚ ਡਿਵਾਈਡ ਹੁੰਦੀ ਹੈ। ਹੁਣ ਅਗਰ ਆਪਾਂ ਐਗਜ਼ਾਮਪਲ ਲਈਏ ਕਿ ਇਹਦੇ ਵਿੱਚ ਜਿਹੜੀ ਫਸਟ ਬਿਟ ਹੈ 0 ਜਾਂ ਫਿਰ 1 ਹੋ ਸਕਦੀ ਹੈ, ਇੱਥੇ ਐਗਜ਼ਾਮਪਲ 'ਚ 1 ਹੈ ਆਪਣੇ ਕੋਲ। ਇਹ ਕਿਹਨੂੰ ਰਿਪਰੈਜ਼ੈਂਟ ਕਰ ਰਹੀ ਹੈ, ਐਡਰੈਸਿੰਗ ਮੋਡ ਨੂੰ। ਜਿਹੜੀ ਨੈਕਸਟ 3 ਬਿਟਸ ਨੇ ਇਸ ਪਾਰਟੀਕੂਲਰ ਐਗਜ਼ਾਮਪਲ ਦੇ ਵਿੱਚ ਆਪਾਂ ਸਪੋਜ਼ ਕਰ ਰਹੇ ਹਾਂ ਉਹ ਰਿਪਰੈਜ਼ੈਂਟ ਕਰ ਰਹੀਆਂ ਨੇ ਓਪ ਕੋਡ ਨੂੰ, ਤੇ ਜਿਹੜੀਆਂ ਲਾਸਟ ਵਾਲੀਆਂ 8 ਬਿਟਸ ਨੇ ਉਹ ਰਿਪਰੈਜ਼ੈਂਟ ਕਰ ਰਹੀਆਂ ਨੇ ਓਪਰੈਂਡਸ। ਸੋ ਇਸ ਕਰਕੇ ਜੋ ਵੀ ਇੰਸਟਰਕਸ਼ਨ ਹੈ ਉਹ ਆਪਾਂ 3 ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, ਜਿੱਦਾਂ ਕਿ ਐਡਰੈਸਿੰਗ ਮੋਡ, op code and operands. So an instruction contains the number of bits. ਆਪਾਂ ਨੂੰ ਪਤਾ ਹੈ ਕਿ ਜੋ ਵੀ ਇੰਸਟਰਕਸ਼ਨ ਹੈ ਉਹਦੇ ਵਿੱਚ ਕਾਫੀ ਨੰਬਰ ਆਫ ਬਿਟਸ ਹੁੰਦੀਆਂ ਨੇ in the code so that it is being executed to perform a specific operation. So ਜਿਹੜੀਆਂ ਕਿ ਉਹ ਐਗਜ਼ੀਕਿਊਟ ਹੁੰਦੀਆਂ ਨੇ to perform some specific operation. So ਕੋਈ ਵੀ ਜਿਹੜੀ ਇੰਸਟਰਕਸ਼ਨ ਹੈ ਉਹਦੇ ਵਿੱਚ 3 ਪਾਰਟਸ ਹੋਣਗੇ ਬੇਸਿਕਲੀ, ਐਡਰੈਸਿੰਗ ਮੋਡ, op code and operand. ਹੁਣ ਐਡਰੈਸਿੰਗ ਮੋਡ ਕੀ ਹੈ? ਐਡਰੈਸਿੰਗ ਮੋਡ ਦੇ ਵਿੱਚ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਜਿਹੜੇ ਓਪਰੈਂਡਸ ਨੇ ਇਹ ਕਿੱਥੇ ਪਏ ਨੇ। ਓਪਰੈਂਡ ਹੋ ਸਕਦਾ ਹੈ ਜਿਹੜੇ ਵੀ, ਯਾਨੀ ਕਿ ਓਪਰੈਂਡ ਕੀ ਹੈ, ਜਿਹੜੇ ਜਿਨ੍ਹਾਂ ਦੇ ਉੱਤੇ ਆਪਾਂ ਨੇ ਆਪਰੇਸ਼ਨ ਪਰਫਾਰਮ ਕਰਨਾ ਹੈ। ਜਿੱਦਾਂ ਕਿ ਆਪਣੀ ਐਗਜ਼ਾਮਪਲ ਦੇ ਵਿੱਚ ਆਪਾਂ ਕੀ ਲਿਆ ਹੈ ਕਿ ਆਪਾਂ ਆਪਰੇਸ਼ਨ ਕਿਹਦੇ ਉੱਤੇ ਪਰਫਾਰਮ ਕਰਨਾ ਹੈ, A ਐਂਡ B ਦੇ ਉੱਤੇ ਤੇ ਉਹਨਾਂ ਦੀ ਵੈਲਿਊਜ਼ ਤੇ, ਯਾਨੀ ਕਿ 10 ਐਂਡ 20 ਤੇ। ਤਾਂ ਹੁਣ ਓਪਰੈਂਡ ਨੇ ਜਿਹੜੇ 10 ਐਂਡ 20 ਉਹ ਹੋ ਸਕਦਾ ਇੰਸਟਰਕਸ਼ਨ ਦੇ ਵਿੱਚ ਹੀ ਹੋਣ, ਹੋ ਸਕਦਾ ਉਹ ਕਿਸੇ ਮੈਮਰੀ ਲੋਕੇਸ਼ਨ ਦੇ ਉੱਤੇ ਹੋਣ, ਜਿੱਦਾਂ ਕਿ ਇੱਥੇ ਐਗਜ਼ਾਮਪਲ ਦੇ ਵਿੱਚ A ਤੇ B ਦੇ ਉੱਤੇ ਨੇ, ਹੋ ਸਕਦਾ ਉਹ ਕਿਸੇ ਰਜਿਸਟਰਸ ਦੇ ਵਿੱਚ ਹੋਣ। ਤਾਂ ਆਪਾਂ ਨੂੰ ਉਹ ਕਿੱਥੋਂ ਪਤਾ ਲੱਗੇਗਾ, ਐਡਰੈਸਿੰਗ ਮੋਡ ਦੇ ਵਿੱਚੋਂ ਪਤਾ ਲੱਗੇਗਾ। The feed specifies that how the operands are accessed in the instruction. ਸੋ ਐਡਰੈਸਿੰਗ ਮੋਡ ਤੋਂ ਆਪਾਂ ਨੂੰ ਕੀ ਪਤਾ ਚੱਲ ਰਿਹਾ ਹੈ ਕਿ ਜਿਹੜੇ ਓਪਰੈਂਡਸ ਨੇ ਉਹਨਾਂ ਨੂੰ ਕਿਵੇਂ ਆਪਾਂ ਐਕਸੈਸ ਕਰਨਾ ਹੈ। The designer may use any number of addressing mode to provide flexibility to the programmer. ਯਾਨੀ ਕਿ ਜਿਹੜਾ ਕੰਪਿਊਟਰ ਦਾ ਡਿਜ਼ਾਈਨਰ ਹੈ, ਜਿਹੜਾ ਉਹਦਾ ਆਰਕੀਟੈਕਚਰ ਡਿਜ਼ਾਈਨ ਕਰ ਰਿਹਾ ਹੈ, ਉਹ ਕਿਸੇ ਵੀ ਕਿੰਨੇ ਮਰਜ਼ੀ ਐਡਰੈਸਿੰਗ ਮੋਡ ਨੂੰ ਯੂਜ਼ ਕਰ ਸਕਦਾ ਹੈ। ਜਿੰਨੇ ਜ਼ਿਆਦਾ ਐਡਰੈਸਿੰਗ ਮੋਡ ਹੋਣਗੇ ਉਨੀ ਹੀ ਜ਼ਿਆਦਾ ਫਲੈਕਸੀਬਿਲਿਟੀ ਹੋਏਗੀ। ਸਪੋਜ਼ ਇਹ ਕੰਪਿਊਟਰ ਯੂਜ਼ਸ 4 ਐਡਰੈਸਿੰਗ ਮੋਡਸ। ਸਪੋਜ਼ ਕਰੋ ਕਿ ਕੋਈ ਵੀ ਕੰਪਿਊਟਰ ਹੈ ਉਹਦੇ ਵਿੱਚ 4 ਐਡਰੈਸਿੰਗ ਮੋਡ ਆਪਾਂ ਯੂਜ਼ ਕਰ ਰਹੇ ਹਾਂ। 4 ਐਡਰੈਸਿੰਗ ਮੋਡ ਦਾ ਮਤਲਬ ਕੀ ਹੈ ਕਿ ਆਪਾਂ ਉਹਨੂੰ ਕਿਵੇਂ ਰਿਪਰੈਜ਼ੈਂਟ ਕਰ ਸਕਦੇ ਹਾਂ। 4 ਐਡਰੈਸਿੰਗ ਮੋਡਸ ਨੂੰ ਅਗਰ ਆਪਾਂ ਬਾਈਨਰੀ ਦੇ ਵਿੱਚ ਰਿਪਰੈਜ਼ੈਂਟ ਕਰੀਏ ਤਾਂ ਕਿਹੜੇ ਕੰਬੀਨੇਸ਼ਨ ਬਣਦੇ ਨੇ। ਤਾਂ ਇਹਦੇ ਨਾਲ ਆਪਾਂ 4 ਐਡਰੈਸਿੰਗ ਮੋਡਸ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ, ਯਾਨੀ ਕਿ ਹੁਣ ਆਪਾਂ ਨੂੰ ਇੱਥੇ ਕਿੰਨੀਆਂ ਬਿਟਸ ਰਿਕੁਆਇਰਡ ਹੋਈਆਂ, 2 ਬਿਟਸ। ਸੋ ਇਸੇ ਤਰੀਕੇ ਨਾਲ ਅਗਰ ਆਪਾਂ ਨੇ ਜ਼ਿਆਦਾ ਐਡਰੈਸਿੰਗ ਮੋਡਸ ਲੈਣੇ ਹੈ, ਇਸ ਤੋਂ ਜ਼ਿਆਦਾ 4 ਤੋਂ ਜ਼ਿਆਦਾ ਐਡਰੈਸਿੰਗ ਮੋਡ ਲੈਣੇ ਹੈ, ਤਾਂ ਆਪਾਂ ਨੂੰ ਨੰਬਰ ਆਫ ਬਿਟਸ ਇੰਕਰੀਜ਼ ਕਰਨੀਆਂ ਪੈਣਗੀਆਂ। ਸੋ ਅਗਰ ਆਪਾਂ 3 ਨੰਬਰ ਆਫ ਬਿਟਸ ਲਈਏ ਤਾਂ ਉੱਥੇ ਫਿਰ ਆਪਣੇ ਕੋਲ ਕਿੰਨੇ ਕੰਬੀਨੇਸ਼ਨ ਬਣਦੇ ਹੈ, 8। ਸੋ ਅਗਰ ਆਪਣੇ ਕੋਲ 3 ਬਿਟਸ ਨੇ ਤਾਂ ਆਪਣੇ ਕੋਲ ਟੋਟਲ ਕਿੰਨੇ
ਐਡਰੈਸਿੰਗ ਮੋਡਸ ਹੋਣਗੇ 8 ਐਡਰੈਸਿੰਗ ਮੋਡਸ। ਸੋ ਇਸ ਤਰੀਕੇ ਨਾਲ ਕੀ ਹੈ ਕਿ ਅਗਰ ਕੰਪਿਊਟਰ 4 ਐਡਰੈਸਿੰਗ ਮੋਡ ਯੂਜ਼ ਕਰ ਰਿਹਾ ਹੈ ਦੈਨ 2 ਬਿਟਸ ਆਰ ਐਲੋਕੇਟਡ ਫॉर ਦੀ ਮੋਡ ਬਿਟਸ ਇਨ ਐਨ ਇੰਸਟਰਕਸ਼ਨ। ਜਿੱਦਾਂ ਆਪਾਂ ਪਹਿਲਾਂ एग्जांपल ਲਈ ਸੀ ਉੱਥੇ ਮੈਂ ਸਿਰਫ ਇੱਕੋ ਹੀ ਬਿਟ ਨੂੰ ਐਲੋਕੇਟ ਕੀਤਾ ਫॉर ਐਡਰੈਸਿੰਗ ਮੋਡ, ਯਾਨੀ ਕਿ ਉੱਥੇ ਸਿਰਫ 2 ਹੀ ਪੋਸੀਬਲ ਕੰਬੀਨੇਸ਼ਨ ਨੇ, ਜਾਂ 0 ਜਾਂ ਫਿਰ 1। ਇਹਦਾ ਮਤਲਬ ਉੱਥੇ ਸਿਰਫ ਆਪਣੇ ਕੋਲ 2 ਹੀ ਐਡਰੈਸਿੰਗ ਮੋਡਸ ਹੋਣਗੇ। ਸੋ ਇਸ ਕਰਕੇ ਇਹ ਡਿਪੈਂਡ ਕਰ ਰਿਹਾ ਹੈ ਆਰਕੀਟੈਕਚਰ ਦੇ ਉੱਤੇ ਕਿ ਕੰਪਿਊਟਰ ਦਾ ਡਿਜ਼ਾਈਨ ਕਿਦਾਂ ਦਾ। ਸਿਮਿਲਰਲੀ ਇਫ ਦੀ ਕੰਪਿਊਟਰ ਯੂਜ਼ਸ 8 ਐਡਰੈਸਿੰਗ ਮੋਡਸ, ਸੋ ਅਗਰ ਕੰਪਿਊਟਰ 8 ਐਡਰੈਸਿੰਗ ਮੋਡ ਯੂਜ਼ ਕਰ ਰਿਹਾ ਹੈ ਤਾਂ ਆਪਣੇ ਕੋਲ 3 ਬਿਟਸ ਚਾਹੀਦੀਆਂ ਨੇ ਐਡਰੈਸਿੰਗ ਮੋਡਸ ਵਾਸਤੇ। ਸੋ ਨੈਕਸਟ ਹੈ ਓਪ ਕੋਡ। ਓਪ ਕੋਡ ਆਪਾਂ ਕਹਿ ਸਕਦੇ ਹਾਂ ਆਪਰੇਸ਼ਨ ਕੋਡ। ਆਪਰੇਸ਼ਨ ਕੋਡ ਦਾ ਮਤਲਬ ਹੁਣ ਕੀ ਹੈ ਕਿ ਕੰਪਿਊਟਰ ਨੇ ਕੀ ਆਪਰੇਸ਼ਨ ਪਰਫਾਰਮ ਕਰਨਾ ਹੈ। ਹੁਣ ਸਪੋਜ਼ ਕਰੋ ਕਿ ਕਿਸੇ ਕੰਪਿਊਟਰ ਨੇ ਹੋ ਸਕਦਾ ਹੈ ਐਡ ਆਪਰੇਸ਼ਨ ਪਰਫਾਰਮ ਕਰਨਾ ਹੈ, ਹੋ ਸਕਦਾ ਹੈ ਕਿਸੇ ਕੰਪਿਊਟਰ ਨੇ ਕਿਸੇ ਇੰਸਟਰਕਸ਼ਨ ਦੇ ਵਿੱਚ ਸਬਟ੍ਰੈਕਸ਼ਨ ਆਪਰੇਸ਼ਨ ਦਾ ਆਪਰੇਸ਼ਨ ਪਰਫਾਰਮ ਕਰਨਾ ਹੈ, ਹੋ ਸਕਦਾ ਉਹ ਮਲਟੀਪਲੀਕੇਸ਼ਨ ਹੋਵੇ। ਤਾਂ ਆਪਾਂ ਇਹਨਾਂ ਨੂੰ ਡਾਇਰੈਕਟਲੀ ਐਡ ਸਬਟ੍ਰੈਕਸ਼ਨ ਜਾਂ ਮਲਟੀਪਲੀਕੇਸ਼ਨ ਨਹੀਂ ਲਿਖਾਂਗੇ, ਆਪਾਂ ਨੂੰ ਉਹ ਕਿਹਦੇ ਥਰੂ ਲਿਖਣਾ ਪਏਗਾ, ਬਾਈਨਰੀ ਕੋਡ ਦੇ ਥਰੂ। ਤੇ ਹਰ ਇੱਕ ਇੰਸਟਰਕਸ਼ਨ ਦਾ ਆਪਣਾ ਇੱਕ ਕੋਡ ਹੋਏਗਾ, ਹੋ ਸਕਦਾ ਹੈ ਐਡ ਦਾ ਕੋਡ ਹੋਵੇ 0, ਸਬਟ੍ਰੈਕਟ ਦਾ ਕੋਡ ਹੋਵੇ 1, ਮਲਟੀਪਲੀਕੇਸ਼ਨ ਦਾ ਕੋਡ ਹੋਵੇ 2, that is equivalent to binary of 0 1 0। ਸੋ ਇਸ ਤਰੀਕੇ ਨਾਲ ਜਿੰਨੀਆਂ ਆਪਣੇ ਕੋਲ ਨੰਬਰ ਆਫ ਬਿਟਸ ਹੋਣਗੇ ਉਹਦੇ ਅਕੋਰਡਿੰਗ ਹੀ ਕੰਪਿਊਟਰ ਦੇ ਵਿੱਚ ਨੰਬਰ ਆਫ ਇੰਸਟਰਕਸ਼ਨਸ ਹੋਣਗੀਆਂ ਜਿਹੜੀਆਂ ਕਿ ਉਹ ਪਰਫਾਰਮ ਕਰ ਸਕਦਾ ਹੈ। ਸੋ ਦੀ op code, this field specifies the operations that is to be performed on the operand, ਯਾਨੀ ਕਿ ਜਿਹੜੇ operands ਨੇ ਉਹਨਾਂ ਦੇ ਉੱਤੇ ਆਪਾਂ ਨੇ ਆਪਰੇਸ਼ਨ ਕਿਹੜਾ ਪਰਫਾਰਮ ਕਰਨਾ ਉਹ ਕਿੱਥੋਂ ਪਤਾ ਲੱਗਦਾ ਹੈ, op code ਦੇ ਵਿੱਚੋਂ। The different types of operations are addition, subtraction, multiplication, division। ਸੋ ਇਦਾਂ ਦੇ ਕਾਫੀ ਤਰ੍ਹਾਂ ਦੇ ਆਪਰੇਸ਼ਨਸ ਹੋ ਸਕਦੇ ਨੇ ਜਿਹੜੇ ਕੰਪਿਊਟਰ 'ਚ ਪਰਫਾਰਮ ਕਰ ਸਕਦੇ ਹਾਂ ਆਪਾਂ। The number of bit in the opcode determine the total number of operations possible in the instruction format। ਇਹਦਾ ਮਤਲਬ ਕੀ ਹੈ ਕਿ ਜਿੰਨੀਆਂ ਇੱਥੇ ਨੰਬਰ ਆਫ ਬਿਟਸ ਹੋਣਗੀਆਂ ਉਹਦੇ ਉੱਤੇ ਡਿਪੈਂਡ ਕਰਦਾ ਕਿ ਆਪਾਂ ਕਿੰਨੇ ਡਿਫਰੈਂਟ ਆਪਰੇਸ਼ਨਸ ਪਰਫਾਰਮ ਕਰ ਸਕਦੇ ਹਾਂ। ਜਿੱਦਾਂ ਇੱਥੇ ਪਾਰਟਿਕੂਲਰ ਐਗਜ਼ਾਮਪਲ 'ਚ ਮੈਂ ਕਿੰਨੀਆਂ ਬਿਟਸ ਲਈਆਂ ਨੇ, 3, ਤਾਂ ਇਹਦਾ ਮਤਲਬ ਆਪਾਂ ਇੱਥੇ ਕਿੰਨੇ ਆਪਰੇਸ਼ਨਸ ਪਰਫਾਰਮ ਕਰ ਸਕਦੇ ਹਾਂ, 8 ਡਿਫਰੈਂਟ ਆਪਰੇਸ਼ਨਸ ਪਰਫਾਰਮ ਕਰ ਸਕਦੇ ਹਾਂ। ਸੋ ਇਸੇ ਤਰੀਕੇ ਨਾਲ ਸਪੋਜ਼ 4 bits have been allocated to the opcode field means 2 ਦੀ ਪਾਵਰ 4, ਯਾਨੀ ਕਿ ਇੱਥੇ ਆਪਾਂ ਕਿੰਨੇ ਆਪਰੇਸ਼ਨਸ ਪਰਫਾਰਮ ਕਰ ਸਕਦੇ ਹਾਂ, 16। ਸੋ ਅਗਰ 4 ਬਿਟਸ ਨੇ ਆਪਣੇ ਕੋਲ opcode ਵਾਸਤੇ ਤਾਂ ਆਪਾਂ ਉੱਥੇ 16 ਡਿਫਰੈਂਟ ਆਪਰੇਸ਼ਨਸ ਪਰਫਾਰਮ ਕਰ ਸਕਦੇ ਹਾਂ। ਸੋ ਈਚ ਕੰਬੀਨੇਸ਼ਨ ਵਿਲ ਕੋਰੈਸਪੋਂਡ ਟੂ 1 ਆਪਰੇਸ਼ਨ ਕੋਡ। ਹਰ ਇੱਕ ਜਿੰਨੇ ਵੀ ਕੋਡ ਨੇ ਹਰ ਇੱਕ ਦਾ ਇੱਕ ਪਾਰਟਿਕੂਲਰ ਮੀਨਿੰਗ ਹੋਏਗਾ। ਜਿੱਦਾਂ ਆਪਾਂ ਸਪੋਜ਼ ਕਰਕੇ ਚੱਲ ਰਹੇ ਹਾਂ ਕਿ 0 ਦਾ ਮੀਨਿੰਗ ਕੀ ਹੈ, ਐਡੀਸ਼ਨ, 1 ਦਾ ਮੀਨਿੰਗ ਹੈ ਸਬਟ੍ਰੈਕਸ਼ਨ, 2 ਦਾ ਮੀਨਿੰਗ ਹੈ ਮਲਟੀਪਲੀਕੇਸ਼ਨ, 3 ਦਾ ਕੋਈ ਡਿਵੀਜ਼ਨ ਹੋ ਸਕਦਾ ਹੈ, 4 ਦਾ ਸਟੋਰ ਜਾਂ ਕੋਈ ਵੀ ਹੋਰ ਆਪਰੇਸ਼ਨ ਹੋ ਸਕਦਾ ਹੈ। ਸੋ ਇਸੇ ਤਰੀਕੇ ਨਾਲ ਐਗਜ਼ਾਮਪਲ ਜਿਵੇਂ 0 ਐਡੀਸ਼ਨ ਹੈ, 1 ਸਬਟ੍ਰੈਕਸ਼ਨ, ਇੱਥੇ 2 ਮਲਟੀਪਲਾਈ, ਕੋਈ ਵੀ ਕੋਡ ਹੋ ਸਕਦਾ 0 ਦਾ ਕੋਡ ਮਲਟੀਪਲਾਈ ਹੋਵੇ, 1 ਦਾ ਕੋਡ ਹੋ ਸਕਦਾ ਐਡੀਸ਼ਨ ਹੋਵੇ। ਉਹ ਡਿਪੈਂਡ ਕਰਦਾ ਹੈ ਕੰਪਿਊਟਰ ਦੇ ਆਰਕੀਟੈਕਚਰ ਤੇ। ਨੈਕਸਟ ਹੈ ਓਪਰੈਂਡ। ਹੁਣ ਓਪਰੈਂਡ ਕੀ ਹੈ, ਦਿਸ ਫੀਲਡ ਸਪੈਸੀਫਾਈ ਦੀ ਡਾਟਾ ਔਨ ਵਿਚ ਦੀ ਆਪਰੇਸ਼ਨ ਇਜ਼ ਟੂ ਬੀ ਪਰਫਾਰਮਡ। ਸੋ ਓਪਰੈਂਡ ਫੀਲਡ ਕੀ ਸਪੈਸੀਫਾਈ ਕਰਦੇ ਨੇ, ਉਹ ਡਾਟਾ ਨੂੰ ਸਪੈਸੀਫਾਈ ਕਰਦੇ ਨੇ ਜਿਹਦੇ ਉੱਤੇ ਆਪਾਂ ਨੇ ਆਪਰੇਸ਼ਨ ਪਰਫਾਰਮ ਕਰਨਾ ਹੈ। ਹੋ ਸਕਦਾ ਓਪਰੈਂਡ ਡਾਇਰੈਕਟਲੀ ਇੰਸਟਰਕਸ਼ਨ ਦੇ ਵਿੱਚ ਹੀ ਹੋਵੇ, ਯਾਨੀ ਕਿ 10 and 20 ਵੈਲਿਊ ਹੋ ਸਕਦਾ ਇਸ ਡਾਇਰੈਕਟਲੀ ਇੰਸਟਰਕਸ਼ਨ ਦੇ ਵਿੱਚ ਵੀ ਹੋ ਸਕਦੀ ਹੈ। ਹੋ ਸਕਦਾ ਉਹ 10 and 20 ਵੈਲਿਊਜ਼ ਰਜਿਸਟਰ ਦੇ ਵਿੱਚ ਪਈ ਹੈ ਤਾਂ ਉੱਥੇ ਰਜਿਸਟਰ ਦਾ ਐਡਰੈਸ ਹੋਏਗਾ, ਤੇ ਹੋ ਸਕਦਾ ਉਹ 10 and 20 ਵੈਲਿਊਜ਼ ਮੈਮਰੀ ਦੇ ਵਿੱਚ ਹੋਵੇ ਤਾਂ ਉੱਥੇ ਮੈਮਰੀ ਦਾ ਐਡਰੈਸ ਹੋਏਗਾ। ਸੋ ਦੀ ਓਪਰੈਂਡ ਮੇ ਲਾਈਜ਼ ਇਨ ਇੰਸਟਰਕਸ਼ਨ ਔਰ ਰਜਿਸਟਰ ਔਰ ਮੈਮਰੀ। ਸੋ ਜਿਹੜਾ ਓਪਰੈਂਡ ਹੈ ਉਹ ਇੰਸਟਰਕਸ਼ਨ ਦੇ ਵਿੱਚ ਵੀ ਹੋ ਸਕਦਾ ਹੈ, ਰਜਿਸਟਰ 'ਚ ਵੀ ਹੋ ਸਕਦਾ ਹੈ ਤੇ ਮੈਮਰੀ 'ਚ ਵੀ ਹੋ ਸਕਦਾ ਹੈ। The exact location of operand is determined by addressing mode field। ਸੋ ਜਿਹੜੀ exact location ਹੈ ਉਹ ਆਪਾਂ ਪਹਿਲਾਂ ਵੀ ਕਰਕੇ ਹਟੇ ਹਾਂ, ਉਹ ਕਿਹਦੇ ਉੱਤੇ ਡਿਪੈਂਡ ਕਰਦੀ ਹੈ, ਐਡਰੈਸਿੰਗ ਮੋਡ ਦੇ ਉੱਤੇ ਡਿਪੈਂਡ ਕਰਦੀ ਹੈ, ਜਿਨ੍ਹਾਂ ਨੂੰ ਆਪਾਂ ਨੈਕਸਟ ਲੈਕਚਰ 'ਚ ਡਿਟੇਲ 'ਚ ਕਰਾਂਗੇ ਕਿ ਕਿਹੜੇ ਐਡਰੈਸਿੰਗ ਮੋਡਸ ਹੁੰਦੇ ਆ। ਸੋ that means contain data or memory address or register number depending upon addressing mode used by that instruction। ਸੋ ਜਿਹੜਾ ਉੱਥੇ ਓਪਰੈਂਡ ਫੀਲਡ ਦੇ ਵਿੱਚ ਜੋ ਕੁਝ ਵੀ ਲਿਖਿਆ ਹੋਇਆ ਹੈ ਉਹ ਐਗਜ਼ੈਕਟਲੀ ਡਾਟਾ ਹੈ ਜਾਂ ਉਹ ਮੈਮਰੀ ਐਡਰੈਸ ਹੈ ਜਾਂ ਉਹ ਰਜਿਸਟਰ ਦਾ ਨੰਬਰ ਹੈ, ਉਹ ਕਿਹਦੇ ਉੱਤੇ ਡਿਪੈਂਡ ਕਰਦਾ ਹੈ, ਐਡਰੈਸਿੰਗ ਮੋਡ ਦੇ ਉੱਤੇ ਜਿਹੜਾ ਵੀ ਆਪਾਂ ਯੂਜ਼ ਕਰ ਰਹੇ ਹਾਂ। ਹੁਣ ਅਗਰ ਇੱਕ ਐਗਜ਼ਾਮਪਲ ਲਈਏ ਕਿ ਆਪਣੇ ਕੋਲ 2 ਬਾਈਟ ਦੀ ਕੋਈ ਇੰਸਟਰਕਸ਼ਨ ਸਾਈਜ਼ ਹੈ, ਇੰਸਟਰਕਸ਼ਨ ਦਾ ਸਾਈਜ਼ ਵੀ ਡਿਪੈਂਡ ਕਰਦਾ ਕੰਪਿਊਟਰ ਦੇ ਆਰਕੀਟੈਕਚਰ ਤੇ, ਉਹ 2 ਬਾਈਟ ਵੀ ਹੋ ਸਕਦਾ ਹੈ, 3 ਬਾਈਟ ਵੀ ਹੋ ਸਕਦਾ ਹੈ, ਈਵਨ 1 ਬਾਈਟ ਵੀ ਹੋ ਸਕਦਾ ਹੈ। ਸੋ ਅਗਰ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ ਕਿ ਅਗਰ ਆਪਣੇ ਕੋਲ 2 ਬਾਈਟ ਦੀ ਇੰਸਟਰਕਸ਼ਨ ਹੈ, 2 ਬਾਈਟ ਇਜ਼ ਇਕੁਅਲ ਟੂ 16 ਬਿਟਸ। ਸੋ ਅਗਰ ਆਪਣੇ ਕੋਲ 2 ਬਾਈਟਸ ਦੀ ਇੱਕ ਇੰਸਟਰਕਸ਼ਨ ਹੈ ਤੇ ਆਪਾਂ ਨੂੰ ਗਿਵਨ ਹੈ ਕਿ ਉਹਦੇ ਵਿੱਚ ਜਿਹੜੀਆਂ ਪਹਿਲੀਆਂ 3 ਬਿਟਸ ਨੇ ਉਹ ਕਿਹਦੇ ਵਾਸਤੇ ਰਿਜ਼ਰਵ ਨੇ,
ਐਡਰੈਸਿੰਗ ਮੋਡ ਲਈ। ਨੈਕਸਟ ਜਿਹੜੀਆਂ 5 ਬਿਟਸ ਨੇ ਓਪ ਕੋਡ ਲਈ, 3 and 5 8 ਤੇ ਬਾਕੀ ਆਪਣੇ ਕੋਲ ਕਿੰਨੀਆਂ ਬਚ ਗਈਆਂ 8 ਬਿਟਸ। ਉਹ ਕਿਹਦੇ ਵਾਸਤੇ ਨੇ? ਓਪਰੈਂਡ ਵਾਸਤੇ, ਕਿਉਂਕਿ ਕੋਈ ਵੀ ਇੰਸਟਰਕਸ਼ਨ ਹੈ ਉਹ ਇਹਨਾਂ 3 ਪਾਰਟਸ ਦੇ ਵਿੱਚ ਡਿਵਾਈਡ ਹੁੰਦੀ ਹੈ, ਐਡਰੈਸਿੰਗ ਮੋਡ, ਓਪ ਕੋਡ ਐਂਡ ਓਪਰੈਂਡਸ। ਸੋ ਇਹ 16 ਬਿਟ ਇੰਸਟਰਕਸ਼ਨ ਦੇ ਵਿੱਚੋਂ ਜਿਹੜੀਆਂ 3 ਬਿਟਸ ਐਡਰੈਸਿੰਗ ਮੋਡ ਵਾਸਤੇ ਐਲੋਕੇਟ ਕੀਤੀਆਂ ਨੇ, ਇਹਦਾ ਮਤਲਬ ਆਪਾਂ ਹੁਣ ਇੱਥੇ ਕਿੰਨੇ ਐਡਰੈਸਿੰਗ ਮੋਡ ਯੂਜ਼ ਕਰ ਸਕਦੇ ਹਾਂ? ਦੈਟ ਇਜ਼ 2 ਦੀ ਪਾਵਰ 3 ਇਜ਼ ਇਕੁਅਲ ਟੂ 8। ਯਾਨੀ ਕਿ ਅਗਰ ਆਪਣੇ ਕੋਲ 3 ਬਿਟਸ ਐਡਰੈਸਿੰਗ ਮੋਡ ਦੀਆਂ ਨੇ ਤਾਂ ਆਪਾਂ 8 ਡਿਫਰੈਂਟ ਐਡਰੈਸਿੰਗ ਮੋਡਸ ਯੂਜ਼ ਕਰ ਸਕਦੇ ਹਾਂ। ਉਸੇ ਤਰੀਕੇ ਨਾਲ ਅਗਰ ਆਪਣੇ ਕੋਲ 5 ਬਿਟਸ ਓਪ ਕੋਡ ਦੀਆਂ ਨੇ ਤਾਂ ਆਪਾਂ 2 ਦੀ ਪਾਵਰ 5 ਦੈਟ ਇਜ਼ 32 ਡਿਫਰੈਂਟ ਆਪਰੇਸ਼ਨਸ ਯੂਜ਼ ਕਰ ਸਕਦੇ ਹਾਂ। ਤੇ ਨੈਕਸਟ ਜਿਹੜੀਆਂ 8 ਬਿਟਸ ਨੇ that are allocated in operands. So the instruction may be of 1, 2 or 3 bytes in length. instruction ਦਾ ਜਿਹੜਾ ਸਾਈਜ਼ ਹੈ ਉਹ 1 byte ਵੀ ਹੋ ਸਕਦਾ ਹੈ, 2 byte ਵੀ ਹੋ ਸਕਦਾ ਹੈ ਤੇ 3 byte ਵੀ ਹੋ ਸਕਦਾ ਹੈ। The design of instruction format depends upon the total number of instruction. ਟੋਟਲ ਨੰਬਰ ਆਫ ਇੰਸਟਰਕਸ਼ਨ ਦੇ ਉੱਤੇ ਵੀ ਡਿਪੈਂਡ ਕਰਦਾ, ਉਹ ਐਡਰੈਸਿੰਗ ਮੋਡ ਦੇ ਉੱਤੇ ਵੀ ਡਿਪੈਂਡ ਕਰਦਾ ਹੈ, ਨੰਬਰ ਆਫ ਰਜਿਸਟਰ ਦੇ ਉੱਤੇ ਡਿਪੈਂਡ ਕਰਦਾ ਹੈ ਐਂਡ ਮੈਮਰੀ ਐਡਰੈਸ ਦੀ ਰੇਂਜ ਕਿ ਕਿੰਨੀ ਆਪਣੇ ਕੋਲ ਮੈਮਰੀ ਹੈ। ਇਹਨਾਂ ਸਾਰਿਆਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਆਪਣਾ ਇੰਸਟਰਕਸ਼ਨ ਦਾ ਸਾਈਜ਼ ਕੀ ਹੋਏਗਾ। The more in the number of instructions addressing mode, then CPU will have complex design. ਜਿੰਨੀ ਜ਼ਿਆਦਾ ਆਪਣੇ ਕੋਲ ਇੰਸਟਰਕਸ਼ਨਸ ਹੋਣਗੀਆਂ, ਜਿੰਨਾ ਜ਼ਿਆਦਾ ਐਡਰੈਸਿੰਗ ਮੋਡਸ ਹੋਣਗੇ, ਉਨਾ ਹੀ CPU ਦਾ ਜਿਹੜਾ ਡਿਜ਼ਾਈਨ ਹੈ ਕੰਪਲੈਕਸ ਹੋਏਗਾ। ਸੋ ਇਹ ਸੀ ਇੰਸਟਰਕਸ਼ਨ ਫਾਰਮੈਟ। ਇਸ ਤੋਂ ਨੈਕਸਟ ਲੈਕਚਰ 'ਚ ਆਪਾਂ ਦੇਖਾਂਗੇ ਕਿ ਡਿਫਰੈਂਟ ਟਾਈਪਸ ਆਫ ਇੰਸਟਰਕਸ਼ਨਸ ਕਿਹੜੀਆਂ ਹੁੰਦੀਆਂ ਨੇ। ਸੋ ਆਈ ਹੋਪ ਕਿ ਅੱਜ ਦਾ ਲੈਕਚਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਦੈਟ ਇਜ਼ ਇੰਸਟਰਕਸ਼ਨ ਫਾਰਮੈਟ। ਥੈਂਕ ਯੂ।